हाँ जी स्टूडेंट्स वेलकम करते हैं ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਸਾਹਿਤ ਰੂਪ ਕਾਵਿ ਰੂਪ ਕਰ ਰਹੇ ਹਾਂ। ਹਾਂਜੀ ਕਾਵਿ ਰੂਪ ਤੇ ਸਾਹਿਤ ਰੂਪ ਆਪਾਂ ਕਰ ਰਹੇ ਹਾਂ। ਹਾਈਕੂ ਤੇ ਇੱਕ ਆਪਾਂ ਕਰਾਂਗੇ ਸਟੂਡੈਂਟਸ ਇਹਦੇ ਵਿੱਚ ਜਿਹੜੇ ਕਿ ਖੁੱਲੀ ਕਵਿਤਾ, ਇਹ ਦੋਨੋਂ ਆਪਾਂ ਜਿਹੜੇ ਕਿ ਕਾਵਿ ਰੂਪ ਇਸ ਵੀਡੀਓ 'ਚ ਕਰਾਂਗੇ। ਤੇ ਪਹਿਲਾਂ ਵਾਲੀ ਜਿਹੜੇ ਕਿ ਕਾਵਿ ਰੂਪ ਨੇ ਆਲਰੇਡੀ ਵੀਡੀਓ ਅਪਲੋਡ ਕੀਤੇ ਹੋਏ ਨੇ। ਸਾਹਿਤ ਰੂਪ ਕਾਵਿ ਰੂਪ ਵਾਲੀ ਇੱਕ ਅਲੱਗ ਪਲੇਲਿਸਟ ਬਣਾਈ ਹੋਈ ਆ ਸਾਹਿਤ ਰੂਪ ਵਾਲੀ, ਠੀਕ ਹੈ, ਉਹਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣਗੇ। ਹਾਂਜੀ ਹਾਈਕੂ ਕੀ ਹੁੰਦਾ? ਹਾਈਕੂ ਜਿਹੜੇ ਕਿ ਜਾਪਾਨੀ ਭਾਸ਼ਾ ਦੀ ਬਹੁਤ ਹੀ ਨਿੱਕੀ ਵੰਨਗੀ ਹੈ। ਭਾਵ ਕਿ ਜਿਹੜੇ ਕਿ ਹਾਈਕੂ ਇਹ ਜਾਪਾਨੀ ਭਾਸ਼ਾ ਦੀ ਬਹੁਤ ਹੀ ਨਿੱਕੀ ਇੱਕ ਕਾਵ ਵੰਨਗੀ ਹੈ, ਠੀਕ ਹੈ, ਵੀ ਇੱਕ ਕਾਵ ਦੀ ਕਿਸਮ ਹੈ ਇਹ ਹਾਈਕੂ, ਠੀਕ ਹੈ, ਬਹੁਤ ਹੀ ਨਿੱਕੀ ਹੈ, ਜਿਹਦਾ ਆਰੰਭ ਦਾ ਨਾਂ ਕੀ ਸੀ? ਹੋਕੂ, ਤੇ ਇਹਦਾ ਸਟਾਰਟਿੰਗ ਦੇ ਵਿੱਚ ਨਾਂ ਕੀ ਸੀ? ਹਾਈਕੂ ਦਾ ਹੋਕੂ, ਠੀਕ ਹੈ, ਹਾਈਕੂ ਦਾ ਹੋਕੂ ਨਾਂ ਸੀ। ਤੇ ਇਹਦਾ ਆਕਾਰ ਵੀ ਜਿਹੜਾ ਕਿ ਨਿਸ਼ਚਿਤ ਹੈ। ਇਹ ਪਹਿਲਾਂ ਇਹਦਾ ਜਿਹੜੇ ਕਿ 3 ਸਤਰਾਂ, ਇਹ 3 ਸਤਰਾਂ ਜਿਹਦੇ ਵਿੱਚ ਹੁੰਦੇ ਸੀ 5 7 + 5 = 17 ਸ਼ਬਦਾਂ ਦੀ ਜਿਹੜੀ ਕਿ ਕਵਿਤਾ ਹੁੰਦੀ ਸੀ। ਇਹ ਕਵਿਤਾ ਕਿਸੇ ਲੰਬੀ ਜਿਹੜੀ ਕਵਿਤਾ ਦੀ ਉਹਦੇ ਸਟਾਰਟਿੰਗ ਦੇ ਵਿੱਚ ਲਿਖੀ ਜਾਂਦੀ ਸੀ। ਭਾਵ ਕਿ ਜਿਵੇਂ ਕੋਈ ਵੀ ਇੱਕ ਕਵਿਤਾ ਲਿਖੀ ਜਾਂਦੀ ਹੈ, ਠੀਕ ਹੈ, ਕੋਈ ਵੀ ਕਵਿਤਾ ਲਿਖੀ ਜਾਂਦੀ ਹੈ, ਉਹਦੇ ਸਟਾਰਟਿੰਗ ਦੇ ਵਿੱਚ 3 ਸਤਰਾਂ ਦੀ ਜਿਹੜੀ ਕਿ ਇਹ ਛੋਟੀ ਜਿਹੀ ਵੰਨਗੀ ਜਿਹੜੀ ਕਿ ਲਿਖੀ ਜਾਂਦੀ ਸੀ, ਇਹਨੂੰ ਕੀ ਕਿਹਾ ਜਾਂਦਾ ਸੀ? ਹਾਈਕੂ, ਠੀਕ ਹੈ, ਹਾਈਕੂ। ਤਾਂ ਇਹ ਵੀ ਕੋਈ ਵੀ ਜਿਹੜੀ ਲੰਬੀ ਰਚਨਾ, ਲੰਬੀ ਕਵਿਤਾ ਉਹਦੇ ਸਟਾਰਟਿੰਗ ਦੇ ਵਿੱਚ ਲਿਖਿਆ ਜਾਂਦਾ ਹੈ, ਜਿਹਦੇ ਵਿੱਚ 3 ਸਤਰਾਂ ਹੁੰਦੀਆਂ ਨੇ। ਤੇ 3 ਸਤਰਾਂ ਦੇ ਵਿੱਚ ਇੱਕ ਦੇ ਵਿੱਚ ਪਹਿਲੀ ਦੇ ਵਿੱਚ 5 ਸ਼ਬਦ, ਦੂਜੀ ਦੇ ਵਿੱਚ 7 ਸ਼ਬਦ, ਤੀਜੀ ਦੇ ਵਿੱਚ ਫਿਰ ਤੋਂ 5 ਸ਼ਬਦ ਹੁੰਦੇ, ਠੀਕ ਹੈ। ਇਹਦੀ ਬਣਤਰ ਹੈ ਵੀ ਇਹ 3 ਸਤਰਾਂ 5 7 5 = 17, ਮਤਲਬ ਕਿ ਇਹਦੇ ਵਿੱਚ ਟੋਟਲ 17 ਸ਼ਬਦਾਂ ਦੀ ਇਹ ਕਵਿਤਾ ਹੁੰਦੀ ਹੈ, ਜਿਹੜੀ ਕਿ ਲੰਬੀ ਕਵਿਤਾ ਦੇ ਸ਼ੁਰੂ ਦੇ ਵਿੱਚ ਲਿਖੀ ਜਾਂਦੀ ਸੀ। ਬਟ ਬਾਅਦ ਦੇ ਵਿੱਚ ਇਹਨੇ ਜਿਹੜੇ ਕਿ ਆਪਣਾ ਸੁਤੰਤਰ ਰੂਪ ਜਿਹੜੇ ਕਿ ਧਾਰਨ ਕਰ ਲਿਆ ਹਾਈਕੂ ਨੇ, ਠੀਕ ਹੈ। ਸ਼ੁਰੂ ਦੇ ਵਿੱਚ ਹਾਈਕੂ ਵਿੱਚ ਕੁਦਰਤੀ ਦ੍ਰਿਸ਼ਾਂ ਦੀ ਝਲਕ ਹੁੰਦੀ ਸੀ, ਕੁਦਰਤੀ ਦ੍ਰਿਸ਼ਾਂ ਦੀ ਝਲਕ ਹੁੰਦੀ ਸੀ। ਤੇ ਕੁਦਰਤੀ ਦ੍ਰਿਸ਼ਾਂ ਦੀ ਝਲਕ ਮਤ ਰੂਪ ਦੇ ਵਿੱਚ ਚਿੰਨ੍ਹਾਤਮਕ, ਸੰਕੇਤਕ ਤੇ ਸੁਝਾਊ ਬਟ ਡੂੰਘੇ ਅਰਥ ਪੇਸ਼ ਕੀਤੇ ਜਾਂਦੇ ਰਹੇ ਨੇ। ਭਾਵ ਕਿ ਸ਼ੁਰੂ ਦੇ ਵਿੱਚ ਜਿਹੜੇ ਕਿ ਹਾਈਕੂ ਦੇ ਵਿੱਚ ਕੁਦਰਤੀ ਦ੍ਰਿਸ਼ਾਂ ਦੀ ਝਲਕ ਨੂੰ ਪੇਸ਼ ਕੀਤਾ ਜਾਂਦਾ ਸੀ, ਚਿੰਨ੍ਹਾਂ ਦੇ ਰਾਹੀਂ, ਸੰਕੇਤਾਂ ਦੇ ਰਾਹੀਂ, ਬਟ ਤੇ ਸੁਝਾਊ ਤਰੀਕੇ ਦੇ ਨਾਲ, ਬਟ ਉਹ ਜਿਹੜੇ ਕਿ ਬਹੁਤ ਡੂੰਘੇ ਅਰਥ ਰੱਖਣ ਵਾਲੇ ਹੁੰਦੇ ਸੀ। ਫਿਰ ਬਾਅਦ ਦੇ ਵਿੱਚ ਇਹਦੇ ਵਿੱਚ ਜਿਹੜੇ ਕਿ ਮਨੁੱਖੀ ਭਾਵਾਂ, ਮਨੁੱਖੀ ਫੀਲਿੰਗਸ ਤੇ ਮਨੁੱਖ ਦੀਆਂ ਸੰਵੇਦਨਾਵਾਂ ਨੂੰ ਤੁਰ ਅੰਦਰ ਤੱਕ ਝੰਜੋੜਨ ਦੀ ਇਹਦੇ ਵਿੱਚ ਪਾਵਰ ਆ ਗਈ, ਠੀਕ ਹੈ। ਭਾਵ ਕਿ ਫਿਰ ਇਹਦੇ ਵਿੱਚ ਇਹ ਟੌਪਿਕ ਜਿਹੜੇ ਕਿ ਸ਼ਾਮਲ ਹੋਣੇ ਸ਼ੁਰੂ ਹੋ ਗਏ। ਤੇ ਪੰਜਾਬੀ ਹਾਈਕੂ ਦੇ ਵਿੱਚ ਪਹਿਲੀ ਤੇ ਤੀਜੀ ਸਤਰ ਛੋਟੀ ਹੁੰਦੀ ਹੈ। ਭਾਵ ਕਿ ਹੁਣ ਆਪਾਂ ਨੇ ਕੀਤਾ ਹੀ ਹੈ ਕਿ 5 7 5, ਤਾਂ ਇਹਦੇ ਵਿੱਚ ਦੂਜੀ ਦੇ ਵਿੱਚ 7 ਸ਼ਬਦ ਹੋ ਗਏ, ਮਤਲਬ ਕਿ ਵੱਡੀ ਹੋ ਗਈ ਪਹਿਲੀ, ਤੇ ਥਰਡ ਜਿਹੜੀ ਕਿ ਛੋਟੀ ਹੋ ਗਈ, ਠੀਕ ਹੈ, ਛੋਟੀ ਹੁੰਦੀ ਹੈ। ਬਟ ਦੂਜੀ ਸਤਰ ਲੰਬੀ ਰੱਖੀ ਜਾਂਦੀ ਹੈ। ਦੂਜੀ ਸਤਰ ਉਹੀ ਜਿਹਦੇ ਵਿੱਚ 7 ਸ਼ਬਦ ਹੁੰਦੇ ਨੇ, ਪਹਿਲੀ ਦੇ ਵਿੱਚ 5 ਹੁੰਦੇ ਨੇ ਤੇ ਥਰਡ ਦੇ ਵਿੱਚ ਵੀ 5 ਹੁੰਦੇ ਨੇ। ਤਾਂ ਇਹਦੇ ਵਿਚਲੇ ਭਾਵ ਨੂੰ ਜਿਹੜੇ ਕਿ ਸਰਲ ਸ਼ਬਦਾਵਲੀ ਵਿੱਚ ਗਹਿਰੇ ਅਰਥਾਂ ਵਿੱਚ ਪੇਸ਼ ਕੀਤਾ ਜਾਂਦਾ। ਭਾਵ ਕਿ ਇਹਦੇ ਵਿੱਚ ਜਿਹੜੇ ਸ਼ਬਦਾਵਲੀ ਵਰਤੀ ਜਾਂਦੀ ਹੈ ਉਹ ਗਹਿਰੇ ਅਰਥ ਰੱਖਣ ਵਾਲੀ ਹੁੰਦੀ ਹੈ, ਠੀਕ ਹੈ। ਜਿਵੇਂ ਆਪਾਂ ਕਹਿ ਸਕਦੇ ਵੀ ਕਈ ਸ਼ਬਦ ਇਹੋ ਜਿਹੇ ਹੁੰਦੇ ਨੇ ਵੀ ਜਿਹੜੇ ਕਿ ਕੁੱਜੇ ਦੇ ਵਿੱਚ ਸਮੁੰਦਰ ਨੂੰ ਬੰਦ ਕਰਨ ਵਾਲੇ, ਠੀਕ ਹੈ। ਤੇ ਇਸ ਤਰ੍ਹਾਂ ਇਹਦੇ ਵਿੱਚ ਇੱਕ ਛਿੰਨ ਦੇ ਵਿੱਚ ਭਾਵ ਕਿ ਇੱਕ ਪਲ ਦੇ ਵਿੱਚ ਪ੍ਰਾਪਤ ਅਨੁਭੂਤੀ ਕੀ ਹੁੰਦੀ ਹੈ? ਵੀ ਸੈਟੀਸਫਿਕੇਸ਼ਨ, ਠੀਕ ਹੈ, ਦੀ ਸੀਮਤ ਸ਼ਬਦਾਂ ਵਿੱਚ ਕੀਤੀ ਗਈ ਪੇਸ਼ਕਾਰੀ ਹੁੰਦੀ ਹੈ। ਭਾਵ ਕਿ ਥੋੜ੍ਹੇ ਜਿਹੇ ਪਲਾਂ ਦੇ ਵਿੱਚ ਜਿਹੜੀ ਕਿ ਆਪਾਂ ਸੈਟੀਸਫਿਕੇਸ਼ਨ ਦੇਣ ਦੇ ਲਈ ਜਿਹੜੀ ਇੱਕ ਸ਼ਬਦਾਵਲੀ ਦੀ ਰਚਨਾ ਕਰਦੇ ਹਾਂ, ਸ਼ਬਦਾਂ ਦੇ ਵਿੱਚ ਪੇਸ਼ਕਾਰੀ ਕਰਦੇ ਹਾਂ ਥੋੜ੍ਹੇ ਸ਼ਬਦਾਂ ਵਿੱਚ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਹਾਈਕੂ ਕਹਿੰਦੇ ਹਾਂ, ਠੀਕ ਹੈ, ਹਾਈਕੂ। ਤੇ ਇਹਦੀ ਪਰਿਭਾਸ਼ਾ ਡਾਕਟਰ ਨਰਿੰਦਰ ਸਿੰਘ ਕਪੂਰ ਦੇ ਅਨੁਸਾਰ ਇਹ ਕਵਿਤਾ ਛੋਟੀ ਚਾਦਰ ਦੇ ਵਿੱਚ ਪੂਰੇ ਪੈਰ ਪਸਾਰਨ ਦੀ ਕਲਾ। ਭਾਵ ਕਿ ਨਰਿੰਦਰ ਸਿੰਘ ਕਪੂਰ ਦੇ ਅਨੁਸਾਰ ਵੀ ਇਹ ਛੋਟੀ ਹੈ, ਛੋਟੀ ਚਾਦਰ ਹੈ। ਭਾਵ ਕਿ ਇਹ ਕਵਿਤਾ ਛੋਟੀ ਚਾਦਰ ਦੇ ਵਿੱਚ ਪੂਰੇ ਪੈਰ ਪਸਾਰ ਲੈਂਦੀ ਹੈ। ਭਾਵ ਕਿ ਜਿਹੜੀ ਕੋਈ ਚਾਦਰ ਉਹ ਛੋਟੀ ਹੈ ਤੇ ਇਹ ਕਵਿਤਾ ਉਹਦੇ ਵਿੱਚ ਪੂਰੇ ਪੈਰ ਪਸਾਰਦੀ ਹੈ। ਤੇ ਇੱਕ ਹੋਰ ਪਰਿਭਾਸ਼ਾ ਕਰ ਸਕਦੇ ਹੋ ਕਸ਼ਮੀਰੀ ਲਾਲ ਚਾਵਲਾ ਦੇ ਅਨੁਸਾਰ ਇੱਕ ਪਲ ਦੇ ਵਿੱਚ ਘਟੀ ਘਟਨਾ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ। ਵੀ ਇੱਕ ਪਲ ਦੇ ਥੋੜ੍ਹੇ ਜਿਹੇ ਪਲ ਦੇ ਵਿੱਚ ਜਿਹੜੀ ਘਟਨਾ ਘਟਦੀ ਆ ਉਹਨੂੰ ਸ਼ਬਦਾਂ ਰਾਹੀਂ ਜਿਹੜੇ ਆਪਾਂ ਬਿਆਨ ਕਰਦੇ ਆ, ਤਾਂ ਉਹਨੂੰ ਸ਼ਬਦਾਂ ਰਾਹੀਂ ਬਿਆਨ ਕਰਨ ਲਈ ਜਿਹੜੀ ਲਘੂ ਕਵਿਤਾ ਹੁੰਦੀ ਹੈ, ਭਾਵ ਕਿ ਛੋਟੀ ਕਵਿਤਾ ਹੁੰਦੀ ਹੈ, ਉਹਨੂੰ ਆਪਾਂ ਕੀ ਕਿਹਾ ਜਾਂਦਾ? ਹਾਈਕੂ ਕਿਹਾ ਜਾਂਦਾ। ਹਾਂਜੀ ਅੱਗੇ ਆਪਾਂ ਇਹਦਾ ਤੱਤ ਦੇਖਦੇ ਹਾਂ। ਹਾਈਕੂ ਕਾਵਿ ਦਾ ਰਚਨਹਾਰਾ ਬਹੁਤ ਹੀ ਸੰਵੇਦਨਸ਼ੀਲ ਕਵੀ ਹੁੰਦਾ, ਠੀਕ ਹੈ, ਤੇ ਸੂਖਮ ਸ਼ਬਦਾਂ ਵਿੱਚ ਉਹ ਬਹੁਤ ਹੀ ਗੰਭੀਰ ਵਿਸ਼ੇ ਨੂੰ ਆਸਾਨੀ ਦੇ ਨਾਲ ਜਿਹੜੀ ਕਿ ਬਿਆਨ ਕਰਦਾ ਤੇ ਮਨੁੱਖੀ ਮਨ ਦੇ ਬਲਬਲੇ ਨੂੰ ਟੁੰਬਦਾ, ਭਾਵ ਕਿ ਟੱਚ ਕਰਦਾ, ਠੀਕ ਹੈ। ਤੇ ਹਰ ਰਚਨਾ ਦੇ ਵਿੱਚ ਜਿਵੇਂ ਕੁਝ ਵਿਸ਼ੇਸ਼ ਤੱਤ ਹੁੰਦੇ ਨੇ, ਐਵੇਂ ਇਹਦੇ ਵੀ ਵਿਸ਼ੇਸ਼ ਤੱਤ ਨੇ। ਇਹਦੇ ਤੱਤ ਕਿਹੜੇ ਕਿਹੜੇ ਨੇ? ਪਹਿਲਾਂ ਆਪਾਂ ਹੈਡਿੰਗ ਦੇਖਦੇ ਹਾਂ, ਕਾਵਿ ਭਾਸ਼ਾ, ਵਿਚਾਰ, ਪ੍ਰਤੀਕ ਤੇ ਚਿੰਨ੍ਹ, ਠੀਕ ਹੈ। ਫਿਰ ਅੱਗੇ ਆਊਗਾ ਕਲਪਨਾ, ਭਾਵ ਜਾਂ ਰਸ ਤੇ ਬਿੰਬ, ਠੀਕ ਹੈ। ਤੇ ਪੰਜਾਬੀ ਅੱਗੇ ਹਾਈਕੂ ਅੱਗੇ, ਇਹ ਇਹਦੇ ਜਿਹੜੇ ਕਿ ਤੱਤ ਨੇ। ਹਾਂਜੀ ਕਾਵਿ ਭਾਸ਼ਾ,
ਕਵੀ ਦੀ ਭਾਸ਼ਾ ਵਿੱਚ ਕੋਮਲਤਾ ਹੋਣੀ ਚਾਹੀਦੀ ਆ, ਅਲੌਕਿਕਤਾ ਹੋਣੀ ਚਾਹੀਦੀ ਆ। ਇਹਦੇ ਜਿਹੜੇ ਕਿ ਸੁੰਦਰ ਆਪਾਂ ਨੂੰ ਭਾਵ ਕਿ ਇਹ ਚੀਜ਼ਾਂ ਹੁੰਦੀਆਂ ਨੇ, ਤੇ ਵਿਚਾਰਾਂ ਤੇ ਭਾਵਾਂ ਨੂੰ ਰਸਦਾਇਕ ਢੰਗ ਦੇ ਨਾਲ ਬਿਆਨਿਆ ਜਾਂਦਾ। ਭਾਵ ਕਿ ਜਿਹੜੀ ਕਿ ਕਵਿਤਾ ਹੁੰਦੀ ਹੈ, ਜਦੋਂ ਉਹਨੂੰ ਆਪਾਂ ਪੜ੍ਹਦੇ ਆਪਣੇ ਮਨ ਨੂੰ ਬਹੁਤ ਹੀ ਸੰਤੁਸ਼ਟੀ ਮਿਲਦੀ ਹੈ, ਆਪਾਂ ਨੂੰ ਇੱਕ ਰਸ ਮਿਲਦਾ, ਆਪਾਂ ਨੂੰ ਇੱਕ ਜਿਹੜੇ ਕਿ ਆਪਣਾ ਮਨ ਜਿਹੜੇ ਕਿ ਸੈਟਿਸਫਾਈਡ ਹੁੰਦਾ, ਤੇ ਇਹ ਇੱਕ ਤਰ੍ਹਾਂ ਦਾ ਆਪਾਂ ਨੂੰ ਇੰਟਰਸਟ ਪੈਦਾ ਹੁੰਦਾ। ਠੀਕ ਹੈ, ਵਿਚਾਰਾਂ ਦੇ ਭਾਵਾਂ ਨੂੰ ਰਸਦਾਇਕ ਢੰਗ ਨਾਲ ਬਿਆਨਿਆ ਜਾਂਦਾ ਇਹਦੇ ਵਿੱਚ। ਤੇ ਇਸੇ ਕਰਕੇ ਇਹ ਪਾਠਕ ਦੀਆਂ ਭਾਵਨਾਵਾਂ ਤੇ ਸੰਵੇਦਨਾਵਾਂ ਨੂੰ ਜਿਹੜੇ ਕਿ ਛੂੰਹਦੀ ਹੋਈ ਕਿਸੇ ਧੁਰ ਡੂੰਘਾਈ ਦੇ ਵਿੱਚ ਵਿਚਰਦੇ ਆ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਇਹ ਜਿਹੜੇ ਕਿ ਪਾਠਕਾਂ ਦੀਆਂ ਭਾਵਨਾਵਾਂ ਨੂੰ ਸੰਵੇਦਨਾਵਾਂ ਨੂੰ ਬਹੁਤ ਹੀ ਡੂੰਘੇ ਜਿਹੜੇ ਕਿ ਟੱਚ ਕਰਦੀ ਆ, ਤੇ ਇਸ ਦੇ ਵਿੱਚ ਕੁਛ ਲੁਕਿਆ ਤੇ ਸੁਝਾਉ ਵੀ ਹੁੰਦਾ। ਜਿਹੜੇ ਕਿ ਹਾਈਕੂ ਆ ਉਹਦੇ ਵਿੱਚ ਕੁਛ ਲੁਕਿਆ ਤੇ ਕੁਛ ਸੁਝਾਉ ਸੁਜੈਸ਼ਨ ਦੇਣ ਵਾਲਾ ਹੁੰਦਾ, ਜਿਹੜਾ ਕਿ ਸ਼ਬਦਾਂ ਵਿਚਾਲੇ ਲੁਕੇ ਹੋਏ ਅਰਥਾਂ ਨੂੰ ਜਿਹੜੇ ਕਿ ਪ੍ਰਕਾਸ਼ਮਾਨ ਕਰਦਾ। ਭਾਵ ਕਿ ਜਿਹੜੇ ਕਿ ਇਹਦੇ ਸ਼ਬਦਾਂ ਦੇ ਅਰਥਾਂ ਦੇ ਵਿੱਚ ਹੁੰਦਾ। ਹੁਣ ਜਿਵੇਂ ਜਿਹੜੇ ਕਿ ਬਹੁਤੇ ਸ਼ਬਦਾਂ ਥਾਂ 'ਤੇ ਇੱਕ ਸ਼ਬਦ ਅਰਥ ਵਰਤਦੇ ਆਪਾਂ, ਉਹ ਅਰਥ ਆ ਜਿਹੜਾ ਕਿ ਉਹਦਾ ਸ਼ਬਦ ਆ ਜਿਹੜੇ ਉਹਦੇ ਕਿੰਨੇ ਅਰਥ ਹੋ ਜਾਂਦੇ ਨੇ। ਐਵੇਂ ਜਿਹੜੇ ਕਿ ਅਖੌਤਾਂ ਨੇ, ਅਖੌਤਾਂ ਆਪਾਂ ਇੱਕ ਲਾਈਨ ਹੁੰਦੀ ਆ, ਬਟ ਉਹਦੇ ਵਿੱਚ ਕਿੰਨੇ ਡੂੰਘੇ ਅਰਥ ਹੁੰਦੇ ਨੇ। ਅੱਗੇ ਹੈ ਵਿਚਾਰ। ਹਾਈਕੂ ਵਿੱਚ ਵਿਸ਼ੇ ਦੇ ਰੂਪ ਦੇ ਵਿੱਚ ਜੋ ਕੁਝ ਵੀ ਪੇਸ਼ ਕੀਤਾ ਜਾਂਦਾ ਉਹੀ ਵਿਸ਼ੇਸ਼ ਵਿਚਾਰ ਹੁੰਦਾ। ਭਾਵ ਕਿ ਜਿਹੜਾ ਕੁਝ ਪੇਸ਼ ਕੀਤਾ ਜਾਂਦਾ ਉਹੀ ਉਹਦਾ ਵਿਚਾਰ ਹੁੰਦਾ, ਜਿਹੜਾ ਸਾਨੂੰ ਟੁੰਬਦਾ, ਭਾਵ ਕਿ ਸਾਡੇ ਫੀਲਿੰਗਸ ਨੂੰ ਟੱਚ ਕਰਦਾ, ਸਾਨੂੰ ਪ੍ਰੇਰਿਤ ਕਰਦਾ, ਠੀਕ ਹੈ, ਮੋਟੀਵੇਟ ਕਰਦਾ ਸਾਨੂੰ, ਤੇ ਆਲੇ ਦੁਆਲੇ ਪ੍ਰਤੀ ਚੇਤਨ ਕਰਦਾ, ਆਲੇ ਦੁਆਲੇ ਪ੍ਰਤੀ ਸੁਚੇਤ ਕਰਦਾ। ਤੇ ਹਾਈਕੂ ਘਟਨਾ ਅਤੇ ਕੁਦਰਤ ਦੇ ਕਿਸੇ ਵਿਸ਼ੇਸ਼ ਪਹਿਲੂ ਪ੍ਰਤੀ ਕਵੀ ਦੇ ਭਾਵਾਂ ਨੂੰ ਵਿਅਕਤ ਕਰਦਾ। ਭਾਵ ਕਿ ਹਾਈਕੂ ਆ ਕੋਈ ਘਟਨਾ ਜਾਂ ਕੋਈ ਕੁਦਰਤ ਆ, ਕਿਸੇ ਵੀ ਵਿਸ਼ੇਸ਼ ਜਿਹੜਾ ਪਹਿਲੂ ਆ ਉਹਦੇ ਪ੍ਰਤੀ ਕਵੀ ਦੇ ਜਿਹੜੇ ਫੀਲਿੰਗਸ ਨੇ, ਭਾਵਨਾਵਾਂ ਨੇ, ਉਸ ਵਿਸ਼ੇ ਨੂੰ ਲੈ ਕੇ ਉਹ ਇਹਦੇ ਵਿੱਚ ਜਿਹੜੇ ਕਿ ਪਾਈਆਂ ਜਾਂਦੀਆਂ ਨੇ। ਤੇ ਪਾਠਕ ਦੇ ਮਨ ਦੇ ਵਿੱਚ ਹੈਰਾਨੀ, ਖੁਸ਼ੀ, ਗਮੀ, ਇਕੱਲਤਾ, ਧੰਨਵਾਦ, ਇਹ ਜਿਹੜੇ ਸਾਰੇ ਅਹਿਸਾਸ ਨੇ ਉਹਨਾਂ ਨੂੰ ਟੱਚ ਕੀਤਾ ਜਾਂਦਾ, ਉਹਨਾਂ ਨੂੰ ਪ੍ਰਚੰਡ ਭਾਵ ਕਿ ਉਹਨਾਂ ਨੂੰ ਛੋਹਿਆ ਜਾਂਦਾ। ਤੇ ਇੱਕ ਸਹਿਜ ਅਨੁਭੂਤੀ ਦੇ ਪਲਾਂ ਦੀ ਜਹੀ ਕਹਾਣੀ ਹੁੰਦੀ ਹੈ। ਸਹਿਜ ਅਨੁਭੂਤੀ ਭਾਵ ਕਿ ਜਿਹੜੇ ਆਪਣੇ ਫੀਲਿੰਗਸ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸੈਟਿਸਫਾਈ ਕੀਤਾ ਜਾਂਦਾ, ਤੇ ਉਹਨਾਂ ਇਹ ਪਲਾਂ ਦੀ ਕਹਾਣੀ ਹੁੰਦੀ ਹੈ ਜੋ ਕਿ ਹਉਮੈ ਰਹਿਤ ਵਿਚਾਰਾਂ ਦੀ ਪੇਸ਼ਕਾਰੀ ਕਰਦੇ ਆ। ਭਾਵ ਕਿ ਜਿਹਦੇ ਵਿੱਚ ਕੋਈ ਹਉਮੈ ਰਹਿਤ ਜਿਹੜੇ ਵਿਚਾਰ ਹੁੰਦੇ ਨੇ ਉਹ ਆਪਣੇ ਮਨ ਦੇ ਵਿੱਚ ਪੈਦਾ ਹੁੰਦੇ ਨੇ। ਤੇ ਇਸ ਦੇ ਵਿੱਚ ਭਾਵ ਤੇ ਜਜ਼ਬਿਆਂ ਦਾ ਬਹਿਨ ਹੁੰਦਾ, ਠੀਕ ਹੈ, ਤੇ ਕਲਾਤਮਕ ਰੰਗਣ ਹੁੰਦਾ, ਜਿਵੇਂ ਕਿ ਸੁੱਖ 'ਚ ਵੀ ਦੁੱਖ 'ਚ ਵੀ ਘਾਹ ਉੱਗਦਾ ਰਿਹਾ। ਠੀਕ ਹੈ, ਤੇ ਜਿਵੇਂ ਬਾਕੀ ਸਾਹਿਤ ਰੂਪਾਂ ਦੇ ਵਿੱਚ ਆਪਾਂ ਕਾਵਿ ਰੂਪਾਂ ਦੇ ਵਿੱਚ ਪਹਿਲਾਂ ਹੈਡਿੰਗਸ ਯਾਦ ਕਰਦੇ ਹਾਂ, ਵੀ ਇਹਦੇ ਵਿੱਚ ਪਹਿਲਾਂ ਹੈਡਿੰਗਸ ਯਾਦ ਕਰਨੇ ਨੇ। ਠੀਕ ਹੈ, ਵਿੱਚੋਂ ਤੁਸੀਂ ਜਿਹੜੇ ਕਿ ਆਪਣੀ ਵਰਡਿੰਗ ਦੇ ਵਿੱਚ ਵੀ ਲਿਖ ਸਕਦੇ, ਜਿਵੇਂ ਮੈਂ ਤੁਹਾਨੂੰ ਸਮਝਾ ਰਹੀ ਹਾਂ। ਅੱਗੇ ਹੈ ਪ੍ਰਤੀਕ ਤੇ ਚਿੰਨ੍ਹ। ਹਾਂਜੀ, ਪ੍ਰਤੀਕ ਤੇ ਚਿੰਨ੍ਹ ਇਹਦੇ ਵਿੱਚ ਅਣਦੇਖੇ ਅਣਕਹੇ ਪ੍ਰਤੀਨਿਧਤਾ ਕਰਦੇ ਨੇ। ਭਾਵ ਕਿ ਹਾਈਕੂ ਦੇ ਵਿੱਚ ਪ੍ਰਤੀਕ ਤੇ ਚਿੰਨ੍ਹਾਂ ਦੀ ਵਰਤੋਂ ਹੁੰਦੀ ਹੈ, ਜਿਹੜੇ ਕਿ ਕੋਈ ਚੀਜ਼ ਅਣਕਹੀ ਹੁੰਦੀ ਹੈ ਜਾਂ ਅਣਦੇਖੀ ਹੁੰਦੀ ਹੈ ਉਹ ਇਹਦੇ ਵਿੱਚ ਪੇਸ਼ ਹੋ ਜਾਂਦੀ ਹੈ। ਤੇ ਚੰਗਾ ਲਿਖਾਰੀ ਜਾਣੇ ਪਛਾਣੇ ਪ੍ਰਤੀਕਾਂ ਰਾਹੀਂ ਡੂੰਘੇ ਅਰਥ ਤੇ ਭਾਵਾਂ ਨੂੰ ਪ੍ਰਗਟ ਕਰਦਾ। ਜਿਵੇਂ ਕਦੇ ਸਾਗਰ ਹੈ, ਕਦੇ ਸਮੁੰਦਰ ਹੈ, ਬੂੰਦ ਜ਼ਿੰਦਗੀ। ਭਾਵ ਕਿ ਜਿਹੜੀ ਜ਼ਿੰਦਗੀ ਛੋਟੀ ਜਿਹੀ ਬੂੰਦ ਆ, ਕਦੇ ਉਹ ਸਾਗਰ ਬਣ ਜਾਂਦੀ ਹੈ, ਕਦੇ ਸਮੁੰਦਰ ਬਣ ਜਾਂਦੀ ਹੈ। ਠੀਕ ਹੈ, ਤਾਂ ਇਹਦੀ ਜਦੋਂ ਹੁਣ ਵੀ ਵਿਆਖਿਆ ਕਰੀਏ ਤਾਂ ਇਹਦੇ ਬਹੁਤ ਡੂੰਘੇ ਅਰਥਾਂ ਨਾਲ ਵਿਆਖਿਆ ਹੁੰਦੀ ਹੈ। ਤਾਂ ਅੱਗੇ ਹੈ ਕਲਪਨਾ ਦੀ ਸ਼ਕਤੀ ਵੀ ਅਣਦੇਖੇ ਤੇ ਅਣਜਾਣੇ ਦ੍ਰਿਸ਼ਾਂ ਤੇ ਵਸਤੂਆਂ ਨੂੰ ਸਾਕਾਰ ਕਰਦੀ ਹੈ। ਕਲਪਨਾ ਭਾਵ ਕਿ ਆਪਣੀ ਜਿਹੜੀ ਕਿ ਆਪਾਂ ਕੋਈ ਵੀ ਸੋਚ ਰੱਖ ਲੈਂਦੇ ਹਾਂ, ਇਮੈਜੀਨੇਸ਼ਨ। ਠੀਕ ਹੈ, ਵੀ ਆਪਾਂ ਇੱਕ ਇਮੈਜਨ ਕਰ ਲੈਂਦੇ ਹਾਂ ਵੀ ਇਹ ਚੀਜ਼ ਉਹ ਚੀਜ਼। ਠੀਕ ਹੈ, ਕਲਪਨਾ ਦੀ ਸ਼ਕਤੀ ਵੀ ਜਿਹੜੀ ਕਿ ਕੋਈ ਚੀਜ਼ ਆਪਾਂ ਦੇਖਦੇ ਨਹੀਂ ਹੈਗੇ ਜਾਂ ਆਪਾਂ ਕੋਈ ਸੁਣਦੇ ਨਹੀਂ ਹੈਗੇ ਜਾਂ ਆਪਾਂ ਜਾਣਦੇ ਨਹੀਂ ਹੈਗੇ, ਉਹ ਆਪਣੇ ਅੱਗੇ ਸਾਕਾਰ ਹੋ ਜਾਂਦੀ ਹੈ। ਠੀਕ ਹੈ, ਕਲਪਨਾ ਦੇ ਰਾਹੀਂ। ਤੇ ਕਲਪਨਾ ਇੱਕ ਅਜਿਹੀ ਸ਼ਕਤੀ ਹੈ ਜਿਹੜੀ ਕਵੀ, ਪਾਠਕ, ਕਵਿਤਾ ਤਿੰਨਾਂ ਦੇ ਵਿੱਚ ਇੱਕ ਸੁਰ ਹੁੰਦੀ ਹੈ। ਪਾਠਕ ਭਾਵ ਕਿ ਪੜ੍ਹਨ ਵਾਲਾ, ਕਵੀ ਜਿਹੜਾ ਇਹਨੂੰ ਲਿਖ ਰਹੇ ਆ, ਤੇ ਕਵਿਤਾ ਜਿਹੜਾ ਵਿਸ਼ਾ ਪੇਸ਼ ਕੀਤਾ ਜਾ ਰਿਹਾ, ਇਹਨਾਂ ਤਿੰਨਾਂ ਦੇ ਵਿੱਚ ਕਲਪਨਾ ਦੀ ਸੁਰ ਹੁੰਦੀ ਆ। ਤੇ ਜਦੋਂ ਜੋ ਕੁਝ ਵੀ ਦੇਖਿਆ ਜਾਂ ਸੁਣਿਆ ਜਾਂਦਾ ਉਹਨੂੰ ਉਸੇ ਪ੍ਰਕਾਰ ਬਿਆਨ ਨਾ ਕਰਕੇ ਕਲਪਨਾ ਰਾਹੀਂ ਆਕਰਸ਼ਕ ਤੇ ਪ੍ਰਭਾਵਸ਼ਾਲੀ ਢੰਗ ਨਾਲ ਬਿਆਨਿਆ ਜਾਂਦਾ। ਭਾਵ ਕਿ ਜੋ ਆਪਾਂ ਦੇਖਦੇ ਆ, ਸੁਣਦੇ ਆ, ਠੀਕ ਆ, ਉਹ ਉਵੇਂ ਨਹੀਂ ਹੁੰਦਾ, ਇੱਕ ਕਲਪਨਾ ਦੇ ਆਧਾਰ ਤੇ ਪੇਸ਼ ਕੀਤਾ ਜਾਂਦਾ। ਹੁਣ ਜਿਵੇਂ ਕਵਿਤਾ ਦੇ ਵਿੱਚ ਅਰਸ਼ੀ ਆਸਮਾਨੀ ਉਡਾਰੀਆਂ ਲਾਈਆਂ ਜਾਂਦੀਆਂ ਨੇ, ਹੈ ਨਾ, ਬਹੁਤ ਉਹ ਗੱਲਾਂ ਕਰੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਕਦੇ ਹਕੀਕਤ ਦੇ ਵਿੱਚ ਹੋ ਹੀ ਨਹੀਂ ਸਕਦੀਆਂ, ਹੈ ਨਾ। ਤਾਂ ਉਹ ਕੀ ਹੈ, ਇੱਕ ਕਲਪਨਾ ਮਾਤਰ, ਆਪਣੀ ਇੱਕ ਕਲਪਨਾ ਸ਼ਕਤੀ ਹੈ ਜਿਹੜੀ ਕਿ ਉਹਨੂੰ ਜਗਾ ਕੇ ਆਪਾਂ ਨੂੰ ਕਾਲਪਨਿਕ ਦੁਨੀਆ ਦੇ ਵਿੱਚ ਲੈ ਕੇ ਜਾਇਆ ਜਾਂਦਾ। ਅੱਗੇ ਹੈ ਭਾਵ ਜਾਂ ਰਸ। ਹਾਂਜੀ, ਜਦੋਂ ਕੋਈ ਸਾਹਿਤਿਕ ਕਿਰਤ ਪੜ੍ਹੀ ਜਾਂਦੀ ਹੈ, ਸਾਹਿਤਿਕ ਕਿਰਤ ਭਾਵ ਕਿ ਜਦੋਂ ਕੋਈ ਵੀ ਆਪਾਂ ਸਾਹਿਤ ਦਾ ਰੂਪ ਪੜ੍ਹਦੇ ਹਾਂ ਤਾਂ ਇਹਦੇ ਨਾਲ ਜਜ਼ਬਿਆਂ ਨੂੰ ਇੱਕ ਝੂਟਾ ਜਿਹਾ ਮਿਲਦਾ। ਭਾਵ ਕਿ ਜਿਹੜੇ ਆਪਣੇ ਅੰਦਰ ਜਿਹੜੇ ਫੀਲਿੰਗਸ ਨੇ ਉਹਨਾਂ ਨੂੰ ਇੱਕ ਆਪਣੇ ਜਿਹੜੇ ਜਜ਼ਬੇ ਨੇ ਉਹਨਾਂ ਨੂੰ ਇੱਕ ਝੰਜੋਟ ਜਿਹੀ ਮਿਲਦੀ ਹੈ, ਜਿਹਦੇ ਨਾਲ ਵਿਸਮਾਦਕ ਸਹਿਜ ਆਨੰਦ ਦੀ ਪ੍ਰਾਪਤੀ, ਭਾਵ ਕਿ ਜਿਹਦੇ ਨਾਲ ਆਪਾਂ ਨੂੰ ਉਹ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਕਦੇ ਖਤਮ ਨਹੀਂ ਹੁੰਦਾ। ਠੀਕ ਹੈ, ਭਾਵ ਕਿ ਆਪਾਂ ਜਦੋਂ ਹੁਣ ਜਿਹੜੇ ਕਿ ਕਦੇ
ਦੁਖਦਾਇਕ ਜਿਹੜੀ ਕਿ ਆਪਾਂ ਕਵਿਤਾ ਪੜ੍ਹਦੇ ਹਾਂ ਤਾਂ ਆਪਣੇ ਮਨ ਦੇ ਵਿੱਚ ਜਿਹੜੇ ਕਿ ਦੁੱਖ ਦੇ ਭਾਵ ਉਜਾਗਰ ਹੁੰਦੇ ਨੇ। ਕਦੇ ਆਪਾਂ ਜਿਹੜੇ ਕਿ ਸ਼ਿੰਗਾਰ ਰਸ ਵਾਲੀ ਕਵਿਤਾ ਪੜ੍ਹਦੇ ਤਾਂ ਆਪਣੇ ਮਨ ਦੇ ਵਿੱਚ ਜਿਹੜੇ ਕਿ ਸ਼ਿੰਗਾਰ ਰਸ ਵਾਲੇ ਜਿਹੜੇ ਰਸ ਪੈਦਾ ਹੁੰਦੇ ਨੇ। ਵੀਰ ਰਸੀ ਪੜ੍ਹਦੇ ਹਾਂ ਤਾਂ ਆਪਣੇ ਮਨ ਦੇ ਵਿੱਚ ਵੀਰ ਰਸ ਜਾਗਦੇ ਨੇ, ਠੀਕ ਹੈ, ਭਾਵ ਕਿ ਉਹ ਜਜ਼ਬੇ, ਉਹ ਆਪਣੇ ਆਨੰਦ ਦੀ ਆਪਾਂ ਨੂੰ ਪ੍ਰਾਪਤੀ ਹੁੰਦੀ ਹੈ ਤੇ ਇਸੇ ਨੂੰ ਜਿਹੜੇ ਕਿ ਆਪਾਂ ਰਸ ਕਹਿੰਦੇ ਹਾਂ। ਤੇ ਹਾਈਕੂ ਕਾਵ ਜਿਹੜੀ ਮੈਂ ਤੁਹਾਨੂੰ ਦੱਸਦੀ ਵੀ ਆਪਾਂ ਜਿਵੇਂ ਦੀ ਕਵਿਤਾ ਪੜ੍ਹਦੇ ਆਪਣੇ ਮਨ ਦੇ ਵਿੱਚ ਉਵੇਂ ਦੀਆਂ ਫੀਲਿੰਗਸ, ਉਵੇਂ ਦਾ ਹੀ ਆਪਣਾ ਮਨ ਆ ਜਿਹੜੇ ਕਿ ਅੰਦਰੋਂ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ, ਆਪਣਾ ਜਜ਼ਬਾ ਉਵੇਂ ਦਾ ਹੀ ਬਣ ਜਾਂਦਾ, ਠੀਕ ਹੈ। ਜਿਵੇਂ ਕੁਦਰਤ ਦੇ ਸਹਿਜ ਵਰਤਾਰੇ ਦਾ ਪਿਆਰ ਪ੍ਰਗਟ ਕਰਨ ਲਈ ਅਸੀਂ ਤੈਨੂੰ ਘਰ ਕਿਰਾਏ ਤੇ ਦਿੰਦੇ ਹਾਂ, ਜਦੋਂ ਤੱਕ ਬੋਟ ਪਲ ਨਹੀਂ ਜਾਂਦੇ ਨੀ ਚਿੜੀਏ, ਠੀਕ ਹੈ, ਭਾਵ ਕਿ ਚਿੜੀ ਦੇ ਲਈ ਇਹਦੇ ਵਿੱਚ ਹੁਣ ਆਪਾਂ ਜਦੋਂ ਪੜਾਂਗੇ ਤਾਂ ਆਪਣੇ ਮਨ ਦੇ ਵਿੱਚ ਚਿੜੀ ਲਈ ਹਮਦਰਦੀ ਪੈਦਾ ਹੋ ਜੂਗੀ। ਚਿੜੀ ਦੇ ਬੋਟ ਭਾਵ ਕਿ ਉਹਦੇ ਜਿਹੜੇ ਕਿ ਬੱਚੇ, ਠੀਕ ਹੈ। ਅੱਗੇ ਹੈ ਬਿੰਬ। ਹਾਈਕੂ ਵਿੱਚ ਬਿੰਬ ਦੀ ਵਰਤੋਂ ਵੀ ਹੁੰਦੀ ਆ, ਠੀਕ ਹੈ। ਬਿੰਬ ਕਾਵ ਦੇ ਵਿੱਚ ਸ਼ਬਦ ਚਿੱਤਰ ਹੁੰਦੇ ਨੇ, ਭਾਵ ਕਿ ਬਿੰਬ ਕੀ ਹੁੰਦੇ ਨੇ, ਸ਼ਬਦ ਚਿੱਤਰ ਹੁੰਦੇ ਨੇ, ਠੀਕ ਹੈ, ਵੀ ਸ਼ਬਦਾਂ ਰਾਹੀਂ ਜਿਹੜੇ ਕਿ ਚਿੱਤਰ ਪੇਸ਼ ਕੀਤਾ ਜਾਂਦਾ ਉਹ ਹੁੰਦਾ ਬਿੰਬ। ਤੇ ਜੋ ਪਾਠਕ ਦੇ ਮਨ ਦੇ ਵਿੱਚ ਇੱਕ ਡਾਇਗਰਾਮ ਬਣਾ ਦਿੰਦੇ, ਭਾਵ ਕਿ ਜਿਵੇਂ ਕਈ ਵਾਰ ਆਪਣੇ ਕੋਈ ਕਵਿਤਾ ਜਦੋਂ ਆਪਾਂ ਪੜ੍ਹਦੇ ਹਾਂ ਇਸ ਤਰੀਕੇ ਨਾਲ ਪੇਸ਼ ਕੀਤੀ ਵੀ ਹੁੰਦੀ ਹੈ ਕਿ ਆਪਣੇ ਅੱਖਾਂ ਅੱਗੇ ਤਸਵੀਰ ਬਣ ਜਾਂਦੀ ਹੈ ਵੀ ਹਾਂ ਐਵੇਂ ਹੋ ਰਿਹਾ, ਹੁਣ ਐਵੇਂ ਆਪਣੇ ਅੱਖਾਂ ਦੇ ਅੱਗੇ ਤਸਵੀਰ ਬਣਨੀ ਸ਼ੁਰੂ ਹੋ ਜਾਂਦੀ। ਤਾਂ ਉਹ ਜਿਹੜੇ ਸ਼ਬਦ ਹੁੰਦੇ ਨੇ ਉਹ ਕਾਹਦਾ ਰੂਪ ਕਰ ਰਹੇ ਹੁੰਦੇ ਨੇ, ਬਿੰਬ ਦਾ, ਠੀਕ ਹੈ। ਤਾਂ ਕਾਵ ਦੇ ਵਿੱਚ ਸ਼ਬਦ, ਧੁਨੀਆਂ, ਬੋਲ ਰੰਗ ਭਰਦੇ ਨੇ ਤੇ ਬਿੰਬ ਨੂੰ ਜਿਹੜੇ ਕਿ ਉਜਾਗਰ ਕਰਦੇ ਨੇ। ਤੇ ਬਿੰਬ ਕਈ ਪ੍ਰਕਾਰ ਦੇ ਹੁੰਦੇ ਨੇ, ਜਿਵੇਂ ਰੂਪ ਬਿੰਬ, ਠੀਕ ਆ, ਨਾਦ ਬਿੰਬ ਜਿਹਦੇ ਵਿੱਚ ਆਪਾਂ ਨੂੰ ਆਵਾਜ਼ ਦਾ ਵਾਲਾ, ਸ਼ੋਅ ਵਾਲਾ ਜਿਹਦੇ ਵਿੱਚ ਆਪਾਂ ਨੂੰ ਟੱਚ, ਠੀਕ ਹੈ, ਟੱਚ ਵਾਲੇ ਬਿੰਬ ਸਕਾਰ ਹੁੰਦੇ ਨੇ। ਤਾਂ ਹਾਈਕੂ ਵਿੱਚ ਤਿਤਲੀ ਤੇ ਲੜਕੀ ਕਦੇ ਬਿੰਬ ਦੇ ਵਿੱਚ ਜਿਵੇਂ ਪੇਸ਼ ਕੀਤਾ ਹੋਇਆ, ਇੱਕ ਤਿਤਲੀ ਕੁੜੀ ਦੇ ਰਾਹ ਵਿੱਚ ਕਦੇ ਅੱਗੇ ਕਦੇ ਪਿੱਛੇ। ਜਦੋਂ ਆਪਾਂ ਹੁਣ ਇਹਨੂੰ ਪੜ੍ਹਦੇ ਹਾਂ ਤਾਂ ਆਪਾਂ ਨੂੰ ਇਹ ਲੱਗਦਾ ਵੀ ਆਪਣੇ ਅੱਖਾਂ ਅੱਗੇ ਤਸਵੀਰ ਜਾ ਜਾਂਦੀ ਵੀ ਇੱਕ ਤਿਤਲੀ ਉੱਡ ਰਹੀ ਹੈ, ਵੀ ਕਦੇ ਕੁੜੀ ਦੇ ਕਦੇ ਰਾਹ ਦੇ ਅੱਗੇ ਆਉਂਦੀ ਹੈ, ਕਦੇ ਪਿੱਛੇ ਆਉਂਦੀ ਹੈ। ਹਾਂਜੀ, ਤਾਂ ਇਹਦੇ ਵਿੱਚ ਇਹ ਤੱਤ ਹੋ ਗਏ ਕਾਵ ਭਾਸ਼ਾ, ਵਿਚਾਰ, ਪ੍ਰਤੀਕ ਤੇ ਚਿੰਨ੍ਹ, ਕਲਪਨਾ, ਭਾਵ ਜਾਂ ਰਸ, ਛੇਵਾਂ ਹੈਗਾ ਬਿੰਬ, ਠੀਕ ਹੈ। ਦੈਨ ਉਸ ਤੋਂ ਬਾਅਦ ਦੇਖਦੇ ਅੱਗੇ ਦਾ ਪੰਜਾਬੀ ਹਾਈਕੂ, ਠੀਕ ਹੈ। ਹਾਈਕੂ ਬੇਸ਼ੱਕ ਹਾਈਕੂ ਦਾ ਜਨਮ ਜਿਹੜੇ ਕਿ ਜਾਪਾਨ ਦੇ ਵਿੱਚ ਹੋਇਆ, ਬਟ ਇਹ ਕੁਝ ਸਮੇਂ ਦੇ ਵਿੱਚ ਬਾਕੀ ਭਾਸ਼ਾਵਾਂ ਦੇ ਵਿੱਚ ਵੀ ਜਿਹੜੇ ਕਿ ਪ੍ਰਚਲਨ ਹੋ ਗਿਆ ਇਹਦਾ, ਅਤੇ ਇਸ ਨੇ ਆਪਣੀ ਇੱਕ ਨਿਵੇਕਲੀ, ਇੱਕ ਅਲੱਗ ਜਿਹੜੀ ਕਿ ਪਹਿਚਾਣ ਕਾਇਮ ਕਰ ਲਈ। ਅਤੇ ਜਾਪਾਨੀ ਹਾਈਕੂ ਕਵੀ ਸਾਤਸੂ ਵਾਸ਼ੋ, ਤਾਂ ਇਹਨਾਂ ਦੇ ਵਿੱਚ ਜਿੰਨਾ ਕੁ ਤੁਹਾਡੇ ਯਾਦ ਹੋ ਗਿਆ, ਜੇ ਇੱਕ ਅੱਧਾ ਯਾਦ ਹੋ ਗਿਆ ਤਾਂ ਯਾਦ ਕਰ ਸਕਦੇ ਹੋ, ਠੀਕ ਹੈ, ਅਤੇ ਨਹੀਂ ਛੱਡ ਵੀ ਸਕਦੇ ਹੋ। ਮਤਲਬ ਕਿ ਇੰਨਾ ਕਹਿ ਸਕਦੇ ਕਿ ਇਹ ਪਹਿਲਾਂ ਜਾਪਾਨ ਦੇ ਵਿੱਚ ਹੋਇਆ, ਬਟ ਉਸ ਤੋਂ ਬਾਅਦ ਇਹਨੇ ਜਿਹੜੇ ਕਿ ਇੱਕ ਆਪਣੀ ਅਲੱਗ ਸੁਤੰਤਰ ਜਿਹੜੀ ਕਿ ਪਹਿਚਾਣ ਕਾਇਮ ਕਰ ਲਈ ਅਤੇ ਬਾਕੀ ਭਾਸ਼ਾਵਾਂ ਦੇ ਵਿੱਚ ਵੀ ਇਹ ਪ੍ਰਚਲਿਤ ਹੋ ਗਿਆ। ਅਤੇ ਜਾਪਾਨੀ ਪੰਜਾਬੀ ਦੇ ਵਿੱਚ ਇਸ ਦਾ ਆਰੰਭ ਕਸ਼ਮੀਰੀ ਲਾਲ ਚਾਵਲਾ ਤੋਂ ਹੁੰਦਾ। ਹਾਂਜੀ, ਇਹ ਲਾਈਨ ਇੰਪੋਰਟੈਂਟ ਆ ਕਿ ਪੰਜਾਬੀ ਦੇ ਵਿੱਚ ਜਿਹੜੇ ਕਿ ਇਹਦਾ ਆਰੰਭ ਹੈ, ਜਿਹੜੇ ਕਿ ਹਾਈਕੂ ਦਾ ਆਰੰਭ ਕਸ਼ਮੀਰੀ ਲਾਲ ਚਾਵਲਾ ਤੋਂ ਹੁੰਦਾ। ਅਤੇ ਇਸ ਤੋਂ ਪਿੱਛੋਂ ਬਹੁਤ ਸਾਰੇ ਪੰਜਾਬੀ ਹਾਈਕੂਕਾਰਾਂ ਨੇ ਪੰਜਾਬੀ ਵਿੱਚ ਇਹਦੀ ਰਚਨਾ ਕੀਤੀ ਹੈ, ਜਿਵੇਂ ਜਰਨੈਲ ਸਿੰਘ ਭੁੱਲਰ, ਮਲਕੀਤ ਸਿੰਘ। ਇਹਨਾਂ ਦੇ ਵਿੱਚ 2-3 ਤੁਸੀਂ ਨਾਮ ਯਾਦ ਕਰ ਲੈਣੇ ਨੇ, ਮਲਕੀਤ ਸਿੰਘ ਸੰਧੂ, ਜੇ ਯਾਦ ਹੁੰਦੇ ਨੇ। ਜੇ ਯਾਦ ਨਹੀਂ ਹੁੰਦੇ ਤਾਂ ਕੋਈ ਪ੍ਰੋਬਲਮ ਨਹੀਂ, ਬਟ ਇਹ ਜ਼ਰੂਰ ਲਾਈਨ ਕਰ ਲੈਣੀ ਕਿ ਪੰਜਾਬੀ ਦੇ ਵਿੱਚ ਇਹਦਾ ਆਰੰਭ ਕਸ਼ਮੀਰੀ ਲਾਲ ਚਾਵਲਾ ਤੋਂ ਹੁੰਦਾ, ਠੀਕ ਹੈ। ਤਾਂ ਇਹਦੇ ਵਿੱਚ ਹਾਈਕੂ ਗੀਤ, ਹਾਈਕੂ ਕਵਿਤਾ, ਹਾਈਕੂ ਦੁਪਦੇ, ਹਾਈਕੂ ਗਜ਼ਲ, ਹਾਈਕੂ ਰੁਬਾਈ, ਠੀਕ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਦੇ ਵਿੱਚ ਵੀ ਇਹ ਕਾਫੀ ਹਰਮਨ ਪਿਆਰੀ ਵਿਧਾ ਬਣ ਗਈ ਹੈ ਅਤੇ ਦਿਨੋਂ ਦਿਨ ਜਿਹੜੇ ਕਿ ਇਹਦੇ ਵੱਲ ਜਿਹੜੇ ਕਿ ਕਾਫੀ ਰੁਚਿਤ ਹੋ ਰਹੇ ਨੇ। ਅਤੇ ਹੁਣ ਇਹਦੇ ਵਿੱਚ ਇਗਜ਼ਾਮਪਲਾਂ ਜਿਵੇਂ ਕਿ ਕੰਨ ਘੋਰ ਬੱਦਲ, ਹਰੀਆਂ ਭਰੀਆਂ ਅੰਬੀਆਂ ਹੇਠ, ਮੋਰਾਂ ਦੀ ਰੁਣ ਝੁਣ, ਭਾਵ ਕਿ ਦੇਖੋ ਇਹਦੇ ਪਹਿਲੀ ਸਤਰ ਛੋਟੀ ਹੈ, ਦੂਜੀ ਥੋੜ੍ਹੀ ਲੰਬੀ ਹੋ ਗਈ, ਤੀਜੀ ਛੋਟੀ ਹੋ ਗਈ, ਠੀਕ ਹੈ। ਇਹਦੇ ਵਿੱਚ ਐਵੇਂ ਵੀਰਤਾ ਤਗਮਾ ਪਾ ਕੇ ਭੀੜ 'ਚ ਕੱਲੀ ਬੈਠੀ ਮਾਂ, ਪੁੱਤ ਸੀਨੇ ਨਾਲ ਲਾ ਕੇ, ਤਿੱਖੜ ਦੁਪਹਿਰ ਘੁੱਗੀ ਵੀ ਲੱਭੇ ਆਲਣਾ, ਭੁਚਾਲ ਤੋਂ ਬਾਅਦ। ਅਗਲਾ ਸਾਹਿਤ ਰੂਪ, ਕਾਵ ਰੂਪ ਆਪਾਂ ਕਰਦੇ ਹਾਂ ਖੁੱਲੀ ਕਵਿਤਾ। ਹਾਂਜੀ, ਖੁੱਲੀ ਕਵਿਤਾ ਉਹ ਹੁੰਦੀ ਹੈ ਜਿਹਦੇ ਵਿੱਚ ਤੁਕਾਂਤ, ਛੰਦ ਅਤੇ ਉਸਦੇ ਰੂਪ ਦੇ ਲੱਛਣ ਵਾਲੀਆਂ ਸਾਰੀਆਂ ਚੀਜ਼ਾਂ, ਭਾਵ ਕਿ ਗਤੀ, ਲਘੂ, ਗੁਰੂ ਅਤੇ ਤੁਕਾਂਤ ਮੇਲ ਨਹੀਂ ਹੁੰਦਾ, ਠੀਕ ਹੈ। ਅਨਹੋਦ ਭਾਵ ਕਿ ਇਹ ਚੀਜ਼ਾਂ ਇਹਦੇ ਵਿੱਚ ਨਹੀਂ ਹੁੰਦੀਆਂ। ਖੁੱਲੀ ਕਵਿਤਾ ਦੇ ਵਿੱਚ ਨਾ ਕੋਈ ਤੁਕਾਂਤ ਹੁੰਦਾ, ਨਾ ਛੰਦ ਹੁੰਦਾ, ਨਾ ਹੀ ਉਹਦੇ ਵਿੱਚ ਕੋਈ ਨਿਯਮ ਵਗੈਰਾ ਦੇਖੇ ਜਾਂਦੇ ਨੇ, ਠੀਕ ਹੈ। ਉਹ ਹੁੰਦੀ ਹੈ ਖੁੱਲੀ ਕਵਿਤਾ, ਜਿਹਦੇ ਵਿੱਚ ਤਾਲ ਨੂੰ ਹੀ ਮੁੱਖ ਰੱਖਿਆ ਜਾਂਦਾ, ਭਾਵ ਕਿ ਇਹਦੇ ਵਿੱਚ ਸਿਰਫ ਤਾਲ ਨੂੰ ਮੁੱਖ ਰੱਖਿਆ ਜਾਂਦਾ, ਬਾਕੀ ਇਹਦੇ ਵਿੱਚ ਤੁਕਾਂਤ, ਛੰਦ ਜਾਂ ਜਤੀ, ਲਘੂ, ਗੁਰੂ, ਤੁਕਾਂਤ ਮੇਲੇ ਦੀ ਕੁਛ ਨਹੀਂ ਹੁੰਦਾ, ਸਿਰਫ ਤੋਂ ਸਿਰਫ ਇਹਦੇ ਵਿੱਚ ਤਾਲ ਹੁੰਦਾ, ਠੀਕ ਹੈ, ਖੁੱਲੀ ਕਵਿਤਾ। ਤਾਂ ਖੁੱਲੀ ਕਵਿਤਾ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਇਹ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ। ਅਤੇ ਖੁੱਲੀ ਕਵਿਤਾ ਇਸ ਸਿਧਾਂਤ 'ਤੇ ਆਧਾਰਿਤ ਹੁੰਦੀ ਹੈ ਕਿ ਕਵਿਤਾ ਦਾ
ਤੱਤਾਂ ਦਾ ਬਿਆਨ ਹੈ। ਭਾਵ ਕਿ ਖੁੱਲੀ ਕਵਿਤਾ ਦੇ ਵਿੱਚ ਸਿਰਫ ਇਹੀ ਦੇਖਿਆ ਜਾਂਦਾ ਕਿ ਇਹਦੇ ਵਿੱਚ ਤੱਤਾਂ ਦਾ ਬਿਆਨ ਹੈ, ਨਾ ਕਿ ਛੰਦਾਂ ਦੇ ਰੂਪ ਦੇ ਵਿੱਚ ਜਾਂ ਭੇਦਾਂ ਦੇ ਰੂਪ 'ਚ। ਭਾਵ ਕਿ ਇਹਦੇ ਵਿੱਚ ਕਵਿਤਾ ਦੇ ਜਿਹੜੇ ਤੱਤ ਨੇ, ਭਾਸ਼ਾ, ਕਲਪਨਾ, ਠੀਕ ਹੈ, ਭਾਵਾਂ ਨੂੰ ਛੋਹਣ ਵਾਲੀ, ਇਹ ਜਿਹੜੇ ਸਾਰੇ ਤੱਤ ਦੇਖੇ ਜਾਂਦੇ ਨੇ, ਨਾ ਕਿ ਇਹਦੇ ਵਿੱਚ ਛੰਦ ਰੂਪ ਵਗੈਰਾ ਦੇਖੇ ਜਾਂਦੇ ਨੇ। ਤੇ ਇਸ ਕਰਕੇ ਖੁੱਲੀ ਕਵਿਤਾ ਲਿਖਣ ਵਾਲਾ ਕਵੀ ਜ਼ਰੂਰੀ ਤੱਤਾਂ ਨੂੰ ਹੀ ਮੁੱਖ ਰੱਖ ਕੇ, ਠੀਕ ਹੈ, ਜ਼ਰੂਰੀ ਤੱਥਾਂ ਨੂੰ ਹੀ ਵੱਖਰੇ ਵੱਖਰੇ ਕਰ ਲੈਂਦਾ ਤੇ ਇਹਨਾਂ ਨੂੰ ਫਿਰ ਬਿਨਾਂ ਕਿਸੇ ਸਜਾਵਟ ਦੇ, ਬਿਨਾਂ ਕਿਸੇ ਉਚੇਚ ਦੇ, ਜਿਹੜਾ ਸਾਫ਼-ਸਾਫ਼ ਪਾਠਕਾਂ ਸਾਹਮਣੇ ਜਿਹੜੇ ਕਿ ਪੇਸ਼ ਕਰਦਾ। ਭਾਵ ਕਿ ਉਹਨੂੰ ਸਜਾਵਟ, ਅਲੰਕਾਰਾਂ ਜਾਂ ਛੰਦਾਂ ਦੇ ਨਾਲ ਜਿਹੜੇ ਕਿ ਨਹੀਂ ਉਹਨੂੰ ਰਚਨਾ ਕਰਦਾ, ਬਿਲਕੁਲ ਸਿੰਪਲ ਢੰਗ ਦੇ ਨਾਲ ਜਿਹੜੀ ਕਿ ਉਹਦੀ ਰਚਨਾ ਕਰਦਾ। ਤੇ ਇਸ ਤਰ੍ਹਾਂ ਖੁੱਲੀ ਕਵਿਤਾ ਵਾਰਤਕ ਦੇ ਵਿੱਚ ਭੇਦ ਕੇਵਲ ਇੰਨਾ ਕੀ ਕਹਿ ਸਕਦੇ ਕਿ ਵਾਰਤਕ ਉਨੀ ਤੇਜ਼ੀ, ਜੋਸ਼ ਤੇ ਅਸਲੀਅਤ ਨਾਲ ਪਾਠਕਾਂ ਦੇ ਮਨ ਨੂੰ ਨਹੀਂ ਟੁੰਬਦੀ। ਹੁਣ ਆਪਾਂ ਕਹਿ ਸਕਦੇ ਕਿ ਖੁੱਲੀ ਕਵਿਤਾ ਦੇ ਵਿੱਚ ਇਹ ਵਾਰਤਕ ਦੇ ਨਾਲ ਜਿਹੜਾ ਕਿ ਮੇਲ ਜੋਲ ਕਿਵੇਂ ਦਾ, ਇਹਨਾਂ 'ਚ ਫਰਕ ਸਿਰਫ ਇੰਨਾ ਕੁ ਹੈ ਕਿ ਵਾਰਤਕ ਦੇ ਵਿੱਚ ਜਿਹੜੇ ਕਿ ਤੇਜ਼ੀ, ਜੋਸ਼ ਤੇ ਅਸਲੀਅਤ ਦੇ ਨਾਲ ਪਾਠਕਾਂ ਦੇ ਮਨ ਨੂੰ ਜਿਹੜੇ ਕਿ ਇੰਨੀ ਜਲਦੀ, ਇੰਨੀ ਛੇਤੀ ਜਿਹੜੇ ਕਿ ਪਾਠਕਾਂ ਦੇ ਮਨ ਨੂੰ ਟੱਚ ਨਹੀਂ ਕਰਦੀ ਜਿੰਨੀ ਖੁੱਲੀ ਕਵਿਤਾ ਕਰ ਜਾਂਦੀ ਆ, ਠੀਕ ਹੈ। ਤੇ ਜਦ ਕਿ ਇਹਦੇ ਮੁਕਾਬਲੇ ਤੇ ਕਵਿਤਾ ਤੇ ਵਾਰਤਕ ਦੇ ਵਿੱਚ ਸੰਗੀਤ ਦੀ ਹੋਂਦ ਤੇ ਅਨਹੋਂਦ ਦਾ ਵੀ ਅੰਤਰ ਹੈ। ਭਾਵ ਕਿ ਜੇ ਆਪਾਂ ਅੰਤਰ ਕਰੀਏ ਖੁੱਲੀ ਕਵਿਤਾ ਤੇ ਵਾਰਤਕ ਦੇ ਵਿੱਚ ਕੀ ਅੰਤਰ ਹੈ, ਤਾਂ ਆਪਾਂ ਕਹਿ ਰਹੇ ਨੇ ਵੀ ਖੁੱਲੀ ਕਵਿਤਾ ਵਿੱਚ ਛੰਦ ਵਗੈਰਾ ਜਾਂ ਤੁਕਾਂਤ ਇਹ ਨਹੀਂ ਹੁੰਦੇ, ਤਾਂ ਫਿਰ ਇਹਨੂੰ ਆਪਾਂ ਕਹਾਂਗੇ ਵੀ ਜੇ ਵਾਰਤਕ ਦੇ ਨਾਲ ਫਿਰ ਇਹਨਾਂ ਦਾ ਕੀ ਫਰਕ ਹੈ, ਕਿਉਂਕਿ ਵਾਰਤਕ 'ਚ ਵੀ ਨਹੀਂ ਇਹ ਚੀਜ਼ਾਂ ਹੁੰਦੀਆਂ। ਫਰਕ ਕੀ ਆ? ਇੱਕ ਤਾਂ ਜਿਹੜੀ ਕਿ ਖੁੱਲੀ ਕਵਿਤਾ ਵਿੱਚ ਸੰਗੀਤ ਹੁੰਦਾ, ਵਾਰਤਕ ਦੇ ਵਿੱਚ ਨਹੀਂ। ਇੱਕ ਖੁੱਲੀ ਕਵਿਤਾ ਦੇ ਵਿੱਚ ਤੇਜ਼ੀ, ਜੋਸ਼ ਤੇ ਅਸਲੀਅਤ ਨੂੰ ਪਾਠਕਾਂ ਦੇ ਸਾਹਮਣੇ ਪੇਸ਼ ਕਰਨ ਦੀ ਸ਼ਕਤੀ ਹੁੰਦੀ ਹੈ, ਠੀਕ ਹੈ। ਅੱਗੇ ਹੈ ਹਾਂਜੀ, ਜਦੋਂ ਪਹਿਲੀ ਵੱਡੀ ਜੰਗ ਤੋਂ ਮਗਰੋਂ ਯੂਰਪ ਦੇ ਵਿੱਚ ਖੁੱਲੀ ਕਵਿਤਾ ਦੇ ਜਿਹੜੇ ਕਿ ਬਹੁਤ ਸਾਰੇ ਸ਼ਰਧਾਲੂ ਪੈਦਾ ਹੋਏ। ਭਾਵ ਕਿ ਬਹੁਤ ਜਿਹੜੀ ਕਿ ਖੁੱਲੀ ਕਵਿਤਾ ਲਿਖਣੀ ਸ਼ੁਰੂ ਹੋ ਗਈ। ਤੇ ਬਰਤਾਨੀਆ ਤੇ ਅਮਰੀਕਾ ਦੇ ਵਿੱਚ ਤਾਂ ਇਹਨੇ ਇੰਨੇ ਜ਼ਿਆਦਾ ਪੈਰ ਪਸਾਰ ਲਏ ਕਿ ਰਵਾਇਤੀ ਵਜਨ ਕਾਫੀਏ ਵਾਲੀ ਕਵਿਤਾ ਨੂੰ ਜਿਹੜੀ ਕਿ ਪਿੱਛੇ ਧੱਕਤਾ। ਹਾਂਜੀ, ਅੱਗੇ ਤੁਸੀਂ ਕਰਨਾ ਜੋ ਮੈਂ ਤੁਹਾਨੂੰ ਕਹਿ ਰਹੀ ਹਾਂ ਉੱਥੋਂ ਕਰਨਾ। ਅਰਬੀ ਦੇ ਵਿੱਚ ਜਿਹੜਾ ਕੁਰਾਨ ਸ਼ਰੀਫ ਲਿਖਿਆ ਹੋਇਆ, ਠੀਕ ਹੈ, ਉਹ ਖੁੱਲੀ ਕਵਿਤਾ ਵਿੱਚ ਹੈ। ਅਰਬੀ ਦੇ ਵਿੱਚ ਕੁਰਾਨ ਸ਼ਰੀਫ ਖੁੱਲੀ ਕਵਿਤਾ ਵਿੱਚ ਹੈ। ਸੰਸਕ੍ਰਿਤ ਦੇ ਵਿੱਚ ਚੰਪੂ ਜਿਹੜੀ ਕਿ ਇੱਕ ਕਿਸਮ ਦੀ ਕਵਿਤਾ ਤੇ ਵਾਰਤਕ ਦੋਨੇ ਤਰ੍ਹਾਂ ਦੇ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਤੱਤ ਮਿਲਦੇ ਨੇ। ਚੰਪੂ ਦੇ ਵਿੱਚ ਕਵਿਤਾ ਦੇ ਅੰਸ਼ ਵੀ ਹੁੰਦੇ ਨੇ ਤੇ ਵਾਰਤਕ ਦੇ ਅੰਸ਼ ਵੀ ਹੁੰਦੇ ਨੇ, ਜਿਸ ਕਰਕੇ ਇਹਨੂੰ ਸੰਸਕ੍ਰਿਤ ਦੇ ਵਿੱਚ ਜਿਹੜੇ ਕਿ ਇਹ ਇੱਕ ਚੰਪੂ, ਇੱਕ ਆਪਾਂ ਕਹਿ ਸਕਦੇ ਕਿ ਕਾਵਿ ਰੂਪ ਹੈ ਚੰਪੂ, ਠੀਕ ਹੈ। ਤੇ ਇਹ ਵੀ ਭਾਵ ਕਿ ਖੁੱਲੀ ਕਵਿਤਾ ਦੇ ਵੀ ਅੰਡਰ ਆਉਂਦਾ। ਤੇ ਪਰੰਤੂ ਜਿਸ ਪ੍ਰਕਾਰ ਦੀ ਕਵਿਤਾ ਨੂੰ ਅੱਜ ਕੱਲ੍ਹ ਜਿਹੜੀ ਕਿ ਖੁੱਲੀ ਕਵਿਤਾ ਕਿਹਾ ਜਾਂਦਾ, ਇਹਦਾ ਪੁਰਾਣੇ ਸਮੇਂ ਦੇ ਵਿੱਚ ਬਹੁਤਾ ਜ਼ਿਆਦਾ ਰਿਵਾਜ ਨਹੀਂ। ਬਟ ਜਿਹੜੀ ਅੱਜ ਕੱਲ੍ਹ ਖੁੱਲੀ ਕਵਿਤਾ ਉਹਦਾ ਪੁਰਾਣੇ ਸਮੇਂ ਦੇ ਵਿੱਚ ਰਿਵਾਜ ਨਹੀਂ। ਬਟ ਆਪਾਂ ਫਿਰ ਵੀ ਕਹਿ ਸਕਦੇ ਕਿ ਅਰਬੀ ਦੇ ਵਿੱਚ ਜਿਹੜਾ ਕੁਰਾਨ ਸ਼ਰੀਫ ਲਿਖਿਆ ਉਹ ਖੁੱਲੀ ਕਵਿਤਾ ਵਿੱਚ ਹੈ। ਜਿਹੜਾ ਚੰਪੂ ਆ, ਠੀਕ ਆ, ਉਹਦੇ ਵਿੱਚ ਵੀ ਇਹਦੇ ਕੁਛ ਅੰਸ਼ ਜਿਹੜੇ ਕਿ ਮਿਲਦੇ ਨੇ। ਇਸ ਤੋਂ ਬਾਅਦ ਫਿਰ ਤੁਸੀਂ ਤੁਹਾਡੇ ਯਾਦ ਨਹੀਂ, ਹੁਣ ਇਹਨੂੰ ਛੱਡ ਦਿਓ। ਫਿਰ ਦੈਨ ਉਸ ਤੋਂ ਬਾਅਦ ਇੱਥੋਂ ਕਰਨਾ ਅੱਗੇ ਤੋਂ ਜਿੱਥੇ ਮੈਂ ਟਿਕ ਕੀਤਾ ਹੋਇਆ। ਪੱਛਮੀ ਦੇਸ਼ ਦੇ ਵਿੱਚ ਖੁੱਲੀ ਕਵਿਤਾ ਖੂਬ ਹਰਮਨ ਪਿਆਰੀ ਹੋ ਰਹੀ ਹੈ, ਠੀਕ ਆ, ਵੀ ਪੱਛਮੀ ਦੇਸ਼ਾਂ ਦੇ ਵਿੱਚ ਖੁੱਲੀ ਕਵਿਤਾ ਬਹੁਤ ਜ਼ਿਆਦਾ ਹਰਮਨ ਪਿਆਰੀ ਹੋ ਰਹੀ ਹੈ। ਪਰੰਤੂ ਭਾਰਤੀ ਤੇ ਪੰਜਾਬੀ ਬੋਲੀ ਦੇ ਵਿੱਚ ਇਸ ਨੂੰ ਲੋਕਪ੍ਰਿਯਤਾ ਪ੍ਰਾਪਤ ਨਹੀਂ ਹੋਈ, ਕਿਉਂਕਿ ਭਾਰਤ ਦੇ ਵਿੱਚ ਖੁੱਲੀ ਕਵਿਤਾ ਲਿਖਣ ਵਾਲੇ ਉਹਨਾਂ ਲੋਕਾਂ ਨਾਲੋਂ ਸੁੰਦਰ ਕਵਿਤਾ ਜਿਹੜੇ ਕਿ ਨਹੀਂ ਲਿਖਦੇ ਜੋ ਛੰਦ ਨਿਯਮਾਂ ਦੀ ਪਾਲਣਾ ਕਰਨ ਵਾਲੇ। ਭਾਵ ਕਿ ਖੁੱਲੀ ਕਵਿਤਾ ਦੇ ਵਿੱਚ ਉਨੀ ਜ਼ਿਆਦਾ ਸੁੰਦਰਤਾ ਨਹੀਂ ਹੁੰਦੀ ਜਿੰਨੀ ਕਿ ਛੰਦ ਨਿਯਮਾਂ ਦੇ ਵਿੱਚ ਵੱਜੀ ਹੋਈ ਕਵਿਤਾ ਦੇ ਵਿੱਚ ਹੁੰਦੀ ਹੈ। ਹੁਣ ਪੰਜਾਬੀ ਦੇ ਵਿੱਚ ਖੁੱਲੀ ਕਵਿਤਾ ਲਿਖਣ ਦਾ ਸਭ ਤੋਂ ਜਿਹੜੇ ਕਿ ਵੱਡਾ ਕਵੀ ਹੈ ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਨੇ ਹੀ ਜਿਹੜੀ ਕਿ ਛੰਦ ਮੁਕਤ ਕਵਿਤਾ, ਖੁੱਲੀ ਕਵਿਤਾ ਲਿਖੀ ਹੈ ਤੇ ਇਹੀ ਇਸ ਦੀ ਦੇਣ ਹੈ। ਤੇ ਇਹਦੇ ਦੋ ਕਾਵਿ ਸੰਗ੍ਰਹਿ ਨੇ, ਖੁੱਲੇ ਮੈਦਾਨ ਤੇ ਖੁੱਲੇ ਘੁੰਡ, ਠੀਕ ਹੈ। ਇਹ ਖੁੱਲੀ ਕਵਿਤਾ ਦੇ ਰੂਪ ਦੇ ਵਿੱਚ ਨੇ, ਖੁੱਲੇ ਮੈਦਾਨ ਤੇ ਖੁੱਲੇ ਘੁੰਡ। ਤੇ ਇਹਨਾਂ ਦੇ ਅੱਗੇ ਤੁਸੀਂ ਇਹ ਯਾਦ ਕਰ ਸਕਦੇ ਹੋ ਤੁੱਕਾਂ, ਇਹ ਤਾਂ ਤੁਹਾਨੂੰ ਵੈਸੇ ਪ੍ਰਸੰਗ ਸਾਹਿਤ ਵਿਆਖਿਆ 'ਚ ਵੀ ਹੁੰਦੀਆਂ ਨੇ। ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ ਜਾਣ ਕੋ ਆਪਣੀ ਵਾਰ ਦੰਦੇ, ਪਰ ਟਹਿ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਦੇ। ਇਹਦੇ ਵਿੱਚੋਂ 3 ਲਾਈਨਾਂ ਤੁਸੀਂ ਯਾਦ ਕਰ ਲਓ ਜਾਂ 4, ਠੀਕ ਹੈ। ਅੱਗੇ ਹੈ ਇਸ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਦੂਜੇ ਨੰਬਰ ਤੇ ਖੁੱਲੀ ਕਵਿਤਾ ਲਿਖਣ ਵਾਲਾ ਆਉਂਦੇ ਨੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ। ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ ਕਿਤੇ ਕਿਤੇ ਕਾਫੀਆ ਵੀ ਮੇਲ ਲਿਆ, ਠੀਕ ਹੈ, ਬਟ ਖੁੱਲ੍ਹ ਵਧੇਰੇ ਲਈ ਇਹਦੇ ਵਿੱਚ ਵੀ। ਤਾਂ ਤੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਜਿਵੇਂ ਐਗਜ਼ਾਮਪਲ ਦਿੱਤੀ ਹੋਈ, ਇਹਦੇ ਵਿੱਚ ਤੁਸੀਂ 2-3 ਲਾਈਨਾਂ ਜਿਹੜੇ ਕਿ ਰੀਡ ਕਰ ਲਿਓ, ਠੀਕ ਹੈ। ਨਹੀਂ ਇੱਕ ਦੀਆਂ ਵੀ ਜਿਹੜੀ ਐਗਜ਼ਾਮਪਲ ਤੁਸੀਂ ਇੱਕ ਵੀ ਦੇ ਸਕਦੇ ਹੋ। ਐਗਜ਼ਾਮਪਲ ਐਗਜ਼ਾਮਪਲ ਹੈ, ਇੱਕ ਦੀ ਦੇ ਕੇ ਐਗਜ਼ਾਮਪਲ। ਬਾਕੀ ਤੁਸੀਂ ਇੰਨਾ ਕਹਿ ਸਕਦੇ ਹੋ ਕਿ ਖੁੱਲੀ ਕਵਿਤਾ ਲਿਖਣ ਦਾ ਜਿਹੜੇ ਕਿ ਸਭ ਤੋਂ ਮੋਢੀ ਪ੍ਰੋਫੈਸਰ ਪੂਰਨ ਸਿੰਘ ਨੇ, ਜਿਨ੍ਹਾਂ ਦੇ ਖੁੱਲੇ ਮੈਦਾਨ ਤੇ ਖੁੱਲੇ ਕੰਡੇ ਖੁੱਲੀ ਕਵਿਤਾ ਦੇ ਵਿੱਚ ਆਉਂਦੇ ਨੇ। ਤੇ ਦੂਜੇ ਨੰਬਰ ਤੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ। ਇਹਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਸਫੀਰ, ਸੰਤ ਸਿੰਘ ਚੱਕਰਵਰਤੀ, ਬਾਬਾ ਬਲਵੰਤ, ਡਾਕਟਰ ਹਰਭਜਨ ਸਿੰਘ, ਅਮਰਤਾ ਪ੍ਰੀਤਮ, SS ਮੀਸ਼ਾ, ਡਾਕਟਰ ਜਸਵੰਤ ਸਿੰਘ, ਸੁਖਪਾਲ, ਵੀਰ ਸਿੰਘ, ਹਸਰਤ, ਰਵਿੰਦਰ ਰਵੀ, ਸੁਰਜੀਤ ਪਾਤਰ, ਪਾਸ਼, ਇਹਨਾਂ ਨੇ ਵੀ ਖੁੱਲੀ ਕਵਿਤਾ ਉੱਤੇ ਹੱਥ ਅਜਮਾਇਆ। ਪਰੰਤੂ ਇਸ ਕਿਸਮ ਦੀ ਕਵਿਤਾ ਰਚਨ ਦੇ ਵਿੱਚ ਸਭ ਤੋਂ ਵੱਧ ਸਫਲਤਾ ਪ੍ਰੋਫੈਸਰ ਪੂਰਨ ਸਿੰਘ ਤੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੂੰ ਹੀ ਹਾਸਿਲ ਹੈ। ਥੈਂਕਸ।